So today's work is ionization enthalpy. ਹੁਣ ਤੁਹਾਨੂੰ ਮੈਂ ਲਾਸਟ ਟਾਈਮ ਆਇਨਾਈਜੇਸ਼ਨ ਇੰਥੈਲਪੀ ਦੱਸਿਆ ਸੀ, ਉਹਦੇ ਟ੍ਰੈਂਡਸ ਦੱਸਿਆ ਸੀ ਨਾ। ਆਇਨਾਈਜੇਸ਼ਨ ਇੰਥੈਲਪੀ ਕੀ ਹੁੰਦੀ ਹੈ? ਦ ਅਮਾਊਂਟ ਆਫ ਐਨਰਜੀ ਇਜ਼ ਨੀਡ ਟੂ ਕੀ ਅਮਾਊਂਟ ਆਫ ਐਨਰਜੀ ਦੀ ਜ਼ਰੂਰਤ ਹੈ ਆਪਾਂ ਨੂੰ ਨਿਕਾਲਣ ਦੇ ਲਈ, ਟੂ ਰਿਮੂਵ ਦ ਆਊਟਰ ਮੋਸਟ ਇਲੈਕਟ੍ਰੋਨ, ਮਤਲਬ ਬਾਹਰ ਇਲੈਕਟ੍ਰੋਨ ਫਰੋਮ ਦ ਹੀਅਰ। ਆਪਾਂ ਡਿਸਕਸ ਕਰਦੇ ਸੀਗੇ ਆਇਨਾਈਜੇਸ਼ਨ ਇੰਥੈਲਪੀ। ਵਾਟ ਇਜ਼ ਆਇਨਾਈਜੇਸ਼ਨ ਇੰਥੈਲਪੀ? ਆਇਨਾਈਜੇਸ਼ਨ ਇੰਥੈਲਪੀ ਕੀ ਹੁੰਦੀ ਹੈ? ਅਮਾਊਂਟ ਆਫ ਐਨਰਜੀ ਇਜ਼ ਨੀਡਡ ਟੂ ਰਿਮੂਵ ਦ ਆਊਟਰਮੋਸਟ ਇਲੈਕਟ੍ਰੋਨ ਫਰੋਮ ਦ ਆਊਟਰਮੋਸਟ ਸ਼ੈਲ। ਬੱਚੇ ਹੁਣ ਐਟਮ ਹੈ, ਠੀਕ ਹੈ, ਇਹ ਐਟਮ ਹੈ, ਐਟਮ ਦੇ ਵਿੱਚ ਪੂਰਾ ਨਿਊਕਲੀਅਸ ਹੈ, ਨਿਊਕਲੀਅਸ ਦੇ ਆਲੇ ਦੁਆਲੇ ਕੀ ਹੈ? ਸ਼ੈਲ ਹੈ, ਇੱਥੇ ਕੀ ਇਲੈਕਟ੍ਰੋਨ ਹੈ। ਅਮਾਊਂਟ ਆਫ ਐਨਰਜੀ ਇਜ਼ ਨੀਡਡ ਟੂ ਰਿਮੂਵ ਦ ਇਲੈਕਟ੍ਰੋਨ, remove the electron from the outermost shell, that is known as, ਉਸਨੂੰ ਕੀ ਬੋਲਾਂਗੇ ਆਪਾਂ? ਇੰਥੈਲਪੀ। ਕਿਹੜੀ ਇੰਥੈਲਪੀ? ਆਇਨਾਈਜੇਸ਼ਨ ਇੰਥੈਲਪੀ। ਇਹਨਾਂ ਦਾ ਪਤਾ ਹੀ ਆਪਾਂ ਨੇ ਪਹਿਲਾਂ ਕੀਤਾ ਸੀ। ਹੁਣ ਬੱਚੇ ਇਹਦੇ ਵਿੱਚ ਇੱਕ ਨਾ ਲਾਈਨ ਹੈ, ਜੋ ਤੁਸੀਂ ਬੁੱਕ ਖੋਲੋਗੇ ਉੱਪਰ ਦੇਖੋ, ਦ ਫੈਕਟਰ ਇਫੈਕਟਿੰਗ ਦ ਆਇਨਾਈਜੇਸ਼ਨ ਇੰਥੈਲਪੀ। ਸਿੱਧੀ ਜੀ ਗੱਲ ਹੈ, ਸਾਈਜ਼ ਆਫ ਐਟਮ। ਹੁਣ ਤੁਸੀਂ ਮੇਰੀ ਗੱਲ ਸੁਣੋ, ਅਗਰ ਆਪਾਂ ਕਿਸੇ ਐਟਮ ਦਾ ਸਾਈਜ਼ ਵੱਡਾ ਕਰ ਦਾਂਗੇ ਤਾਂ ਇਲੈਕਟ੍ਰੋਨ ਕੱਢਣਾ ਸੌਖਾ ਜਾਂ ਔਖਾ? ਹੁਣ ਤੁਸੀਂ ਆਪ ਸੋਚੋ, ਇੱਕ ਪਾਸੇ ਤਾਂ ਐਡਾ ਵੱਡਾ ਹੈ, ਇੱਕ ਪਾਸੇ ਛੋਟਾ ਜਿਹਾ, ਠੀਕ ਹੈ। ਹੁਣ ਇੱਥੇ ਨਿਊਕਲੀਅਸ ਹੈ, ਤਾਂ ਨਿਊਕਲੀਅਸ ਦੀ ਸ਼ਕਤੀ ਇਹਨੂੰ ਘੱਟ ਹੈ ਨਾ, ਆਊਟਰ ਮੋਸਟ ਇਲੈਕਟ੍ਰੋਨ ਨੂੰ। ਜੇ ਕਿ ਉਹ ਵੱਡਾ, ਉਹਦੇ ਕੋਲ ਤਾਂ ਬਹੁਤ ਕੁਛ ਹੈ, ਤਾਂ ਉਹਦੇ ਕੋਲ ਨਿਕਾਲਣਾ ਇਲੈਕਟ੍ਰੋਨ ਈਜ਼ੀ ਹੈ। ਅਤੇ ਜਿਹੜਾ ਛੋਟਾ ਉਹਦੇ ਕੋਲ ਉਹ ਹੈ ਹੀ ਬਹੁਤ ਛੋਟਾ, ਅਤੇ ਇੰਨਾ ਟਾਈਟਲੀ ਹੈ, ਟਾਈਟ ਹੈ ਉਹ, ਡਿਊ ਟੂ ਨਿਊਕਲੀਅਰ ਪਾਵਰ, ਨਿਊਕਲੀਅਸ ਦੇ ਸੈਂਟਰ ਵਾਲੇ ਨਿਊਕਲੀਅਸ ਦੀ ਪਾਵਰ ਕਰਕੇ, ਠੀਕ ਹੈ। ਅਤੇ ਇਸ ਕਰਕੇ ਇਹਨੂੰ ਐਨਰਜੀ, ਇਹਨੂੰ ਆਪਾਂ ਨੂੰ ਜ਼ਿਆਦਾ ਐਨਰਜੀ ਦੇਣੀ ਪਊਗੀ ਤਾਂ ਕਿ ਆਪਾਂ ਇਹਦਾ ਇਲੈਕਟ੍ਰੋਨ ਕੱਢ ਸਕੀਏ। ਸਮਝ ਲੱਗੇ? ਇਹਨੂੰ ਨਾ ਜਸਟ ਆਪਣੇ ਮਾਈਂਡ ਵਿੱਚ ਸੋਚੋ ਕਿ ਕੋਈ ਚੀਜ਼ ਵੱਡੀ ਹੈ ਅਤੇ ਉਹਦੇ ਵਿੱਚ ਇਲੈਕਟ੍ਰੋਨ ਕੱਢਣਾ ਬਹੁਤ ਸੌਖਾ ਹੈ, ਜਿਹੜੀ ਕੋਈ ਚੀਜ਼ ਛੋਟੀ ਹੈ ਉਹਦੇ ਅਟਰੈਕਸ਼ਨ ਜ਼ਿਆਦਾ ਤਾਂ ਉਹਦੇ 'ਚ ਇਲੈਕਟ੍ਰੋਨ ਕੱਢਣਾ ਔਖਾ ਹੈ। ਕਲੀਅਰ ਹੈ? ਇਹ ਕੰਸੈਪਟ ਹੈ। ਚਾਰਜ ਹੋਣ ਦਾ ਨਿਊਕਲੀਅਸ ਹੈ, ਦੇਖੋ ਚਾਰਜ ਹੋਣ ਦਾ ਨਿਊਕਲੀਅਸ ਕੀ ਹੈਗਾ? ਦੇਖੋ ਸਿੱਧੀ ਜਿਹੀ ਗੱਲ ਹੈ, ਜਿੰਨਾ ਜ਼ਿਆਦਾ ਨਿਊਕਲੀਅਸ ਦਾ ਉੱਤੇ ਚਾਰਜ ਹੋਊਗਾ ਉਨਾ ਜ਼ਿਆਦਾ ਆਪਾਂ ਨੂੰ ਇੰਥੈਲਪੀ ਵੱਧ ਦੇਣੀ ਪਊ। ਕੀ ਮਤਲਬ ਹੈ? ਹੁਣ ਸਿੱਧੀ ਜਿਹੀ ਗੱਲ ਹੈ, ਜਦੋਂ ਮੈਂ ਕਹਿੰਦੀ ਸੀਗੀ 11 12 13 14 15 16 17 ਜਾਣੇ ਆਪਾਂ, ਹੈ ਨਾ, 15 16 17 ਜਾਣੇ ਆ ਪੀਰੀਓਡਿਕ ਟੇਬਲ 'ਤੇ। ਕਲੀਅਰ ਹੈ? ਹੁਣ ਉਹਦੇ ਵਿੱਚ ਸੈਂਟਰ ਦੇ ਵਿੱਚ ਨਿਊਕਲੀਅਸ ਹੈ, ਉਹਨੂੰ ਨਿਊਕਲੀਅਸ ਦੇ ਵਿੱਚ ਆਹੀ ਤੁਹਾਡਾ ਜਿਹੜਾ ਮੈਂ ਬੋਲੀ ਨਹੀਂ 11 12 13 14, ਇਹ ਨਿਊਕਲੀਅਸ ਦਾ ਚਾਰਜ ਹੈ। ਸਮਝ ਗਏ? ਹੁਣ ਜਿੰਨਾ ਜ਼ਿਆਦਾ ਚਾਰਜ ਹੋਊਗਾ, ਠੀਕ ਹੈ, ਨਿਊਕਲੀਅਸ ਦਾ ਜਿੰਨਾ ਜ਼ਿਆਦਾ ਚਾਰਜ ਹੋਊਗਾ ਉਨਾ ਜ਼ਿਆਦਾ ਉਨੀ ਜ਼ਿਆਦਾ ਉਹਦੀ ਪਾਵਰ ਹੋਏਗੀ, ਠੀਕ ਹੈ। ਜਿੰਨਾ ਜ਼ਿਆਦਾ ਚਾਰਜ ਹੋਊਗਾ ਉਨੀ ਉਹਦੀ ਪਾਵਰ ਹੋਊਗੀ, ਚਾਰਜ ਅਤੇ ਪਾਵਰ ਜ਼ਿਆਦਾ ਹੋਊਗੀ। ਕਲੀਅਰ ਹੈ? ਜਦੋਂ ਪਾਵਰ ਵੱਧ ਹੋਏਗੀ ਤਾਂ ਉਨੀ ਸ਼ਕਤੀ ਦੇ ਨਾਲ ਉਹ ਇਲੈਕਟ੍ਰੋਨ ਨੂੰ ਆਪਣੇ ਬਸ ਰੱਖੂਗਾ, ਉਨੀ ਸ਼ਕਤੀ ਨਾਲ ਉਹ ਇਲੈਕਟ੍ਰੋਨ ਨੂੰ ਆਪਣੇ ਪਾਸ ਰੱਖੂਗਾ। ਅਤੇ ਆਪਾਂ ਨੂੰ ਆਇਨਾਈਜੇਸ਼ਨ ਇੰਥੈਲਪੀ ਜ਼ਿਆਦਾ ਦੇਣੀ ਪਏਗੀ, ਆਪਾਂ ਨੂੰ ਐਨਰਜੀ ਦੇਣੀ ਪਊਗੀ, ਜਿਹਦੇ ਕਰਕੇ ਆਪਾਂ ਉਹਦੇ 'ਚੋਂ ਇਲੈਕਟ੍ਰੋਨ ਕੱਢ ਸਕੀਏ, ਤਾਂ ਆਇਨਾਈਜੇਸ਼ਨ ਐਨਰਜੀ ਕੀ ਹੋਊਗੀ? ਜ਼ਿਆਦਾ। ਤਾਂ ਹੁਣ ਤੁਸੀਂ ਇਸਨੂੰ ਰਿਲੇਟ ਕਰਕੇ ਕਰੋ ਅਤੇ ਇਸਨੂੰ ਪੜ੍ਹੋ, ਫੇਰ ਹੀ ਸਮਝ ਲੱਗੂਗੀ। ਠੀਕ ਹੈ? ਕੀ ਹੈ ਕਿ ਆਪਾਂ ਨੂੰ ਐਨਰਜੀ ਦੇਣੀ ਪਏਗੀ, ਕਿਉਂਕਿ ਉਸਨੇ ਟਾਈਟ ਪਕੜ ਕੇ ਰੱਖਿਆ। ਹੁਣ ਕੋਈ ਚੀਜ਼ ਹੈ, ਕੋਈ ਚੀਜ਼ ਨੂੰ ਸਖਤੀ ਦੇ ਨਾਲ ਪਕੜ ਕੇ ਰੱਖਿਆ, ਤਾਂ ਉਹਨੂੰ ਆਪਾਂ ਐਨਰਜੀ ਦਿੰਦੇ ਹਾਂ ਨਾ ਕਿ ਆਪਾਂ ਚੀਜ਼ ਲੈਣੀ ਹੈ ਉਸ ਤੋਂ ਕੁਝ, ਤਾਂ ਉਦੋਂ ਆਇਨਾਈਜੇਸ਼ਨ ਇੰਥੈਲਪੀ ਕੀ ਹੋਊਗੀ? ਜ਼ਿਆਦਾ। ਇਫੈਕਟ ਕੀ ਹੈ? ਦ ਆਇਨਾਈਜੇਸ਼ਨ ਇੰਥੈਲਪੀ ਡਿਕਰੀਜ਼ ਵੈਨ ਇਨਕਰੀਜ਼ ਇਨ ਦ ਸਕਰੀਨਿੰਗ ਇਫੈਕਟ ਆਫ ਦ ਇਨਰ ਇਲੈਕਟ੍ਰੋਨ। ਕਹਾਣੀ ਕੀ ਹੈ? ਸਿੱਧੀ ਜਿਹੀ ਗੱਲ ਹੈ, ਮੰਨ ਲਓ ਇੱਥੇ ਆ ਨਿਊਕਲੀਅਸ ਹੈ ਨਾ, ਤਾਂ 1 2 3 4 5 ਆਹ ਵਾਲਾ ਇਲੈਕਟ੍ਰੋਨ ਹੈ, ਠੀਕ ਹੈ। ਆਪਾਂ ਨੇ ਆਹ ਇਲੈਕਟ੍ਰੋਨ ਕੱਢਣਾ ਹੁੰਦਾ, ਤਾਂ ਜਿਹੜੇ ਸੈਂਟਰ ਵਾਲੇ ਇਲੈਕਟ੍ਰੋਨ ਨੇ ਉਹਨਾਂ ਦਾ ਕੀ ਇਫੈਕਟ ਆ? ਉਹ ਸਕਰੀਨ ਕਰਦੇ ਨੇ, ਉਹ ਬਚਾਉਂਦੇ ਨੇ ਬਾਹਰਲੇ ਇਲੈਕਟ੍ਰੋਨ ਨੂੰ ਫਰੋਮ ਦ ਨਿਊਕਲੀਅਸ। ਕਲੀਅਰ ਹੈ? ਅਤੇ ਆਪਣੇ ਲਈ ਸੌਖਾ ਹੋ ਜਾਂਦਾ ਕਿ ਇਲੈਕਟ੍ਰੋਨ ਨਿਕਲ ਜਾਏ। ਹੁਣ ਨਿਊਕਲੀਅਸ ਦਾ ਪ੍ਰਭਾਵ ਬਾਹਰ ਵਾਲੇ ਇਲੈਕਟ੍ਰੋਨ ਦੇ ਉੱਤੇ ਘੱਟ ਹੋਊਗਾ, ਕਿਉਂਕਿ ਸੈਂਟਰ ਦੇ ਵਿੱਚ ਇੰਨੇ ਸਾਰੇ ਇਲੈਕਟ੍ਰੋਨ ਆ ਗਏ। as the size increase screening effect increases। ਸਾਈਜ਼ ਵਧਣ ਦੇ ਨਾਲ ਜਿਹੜਾ ਸਕਰੀਨਿੰਗ ਆ ਜਿਹੜੇ ਸ਼ੈੱਲ ਆਪਾਂ ਪਾਇਆ ਇਹਨੂੰ ਆਪਾਂ ਬੋਲਦੇ ਸਕਰੀਨਿੰਗ ਇਫੈਕਟ ਵੱਧ ਜਾਂਦਾ, ਜਿਹਦੇ ਕਰਕੇ ਦਾ ਇਫੈਕਟ ਆਫ ਨਿਊਕਲੀਅਸ ਔਨ ਦ ਆਊਟਰਮੋਸਟ ਇਲੈਕਟ੍ਰੋਨ ਇਜ਼ ਲੈਸ। ਤਾਂ ਲੈਸ ਹੋਣ ਕਰਕੇ ਕੀ ਹੈ, ਆਪਾਂ ਨੂੰ ਜਿਹੜਾ ਇਲੈਕਟ੍ਰੋਨ ਆਊਟਰਮੋਸਟ ਇਲੈਕਟ੍ਰੋਨ ਇਟ
इज़ ईजली रिमूव्ड फ्रॉम द शैल, ठीक है, शैल तो इलैक्ट्रॉन जल्दी रिमूव हो जाता है। सो देयरफॉर वी से दैट कि आप कहांगे आयनाइजेशन एंथैल्पी इज़ नीडेड बट लैस आयनाइजेशन एंथैल्पी इज़ नीडेड। क्लीयर है। हुण जेकर आप छोटा आइटम ले लीए, ठीक है, मान लो एक छोटा आइटम ले लिया, ਉਹਦੇ ਵਿੱਚ ਸਕਰੀਨਿੰਗ ਇਫੈਕਟ ਘੱਟ ਹੈ, ਤਾਂ ਓਬਵੀਅਸਲੀ ਹੁਣ ਇਸ ਐਟਮ ਦੇ ਵਿੱਚ ਜਿਹੜਾ ਨਿਊਕਲੀਅਸ ਹੈ ਉਹ ਆਊਟਰ ਮੋਸਟ ਇਲੈਕਟ੍ਰੋਨ ਨੂੰ ਕਿੰਨਾ ਸਖਤੀ ਦੇ ਨਾਲ ਪਕੜ ਕੇ ਰੱਖਿਆ ਹੋਇਆ, ਤਾਂ ਆਪਾਂ ਨੂੰ ਇਹਦੇ ਇਸ ਵਕਤ ਕੀ ਆਇਨਾਈਜੇਸ਼ਨ ਐਂਥੈਲਪੀ ਦੇਣੀ ਪਊ। ਸਕਰੀਨਿੰਗ ਇਫੈਕਟ ਕੀ ਹੋ ਗਿਆ, ਪ੍ਰੈਜ਼ੈਂਸ ਆਫ ਇਨਰ ਇਲੈਕਟ੍ਰੋਨ, ਆ ਅੰਦਰਲੇ ਇਲੈਕਟ੍ਰੋਨ ਦਾ ਪ੍ਰੈਜ਼ੈਂਟ ਹੋਣਾ, ਉਹ ਸਕਰੀਨਿੰਗ ਇਫੈਕਟ ਬੋਲਦੇ ਆ। ਕਲੀਅਰ ਹੈ ਇੱਥੋਂ ਤੱਕ। ਪੈਨੀਟ੍ਰੇਸ਼ਨ ਪਾਵਰ ਦਾ ਮਤਲਬ ਹੁੰਦਾ ਹੈ ਦ ਪੈਨੀਟ੍ਰੇਸ਼ਨ ਐਂਥੈਲਪੀ ਇਨਕਰੀਜ਼ਸ ਵਿਦ ਇਨਕਰੀਜ਼ ਇਨ ਦ ਪੈਨੀਟ੍ਰੇਸ਼ਨ ਪਾਵਰ ਆਫ ਅ ਇਲੈਕਟ੍ਰੋਨ। ਬੱਚੇ ਇੱਕ ਨਾ ਉਹ ਹੋਊਗਾ, ਤੁਸੀਂ ਲਾਸਟ ਟਾਈਮ ਦੇ ਵਿੱਚ ਹੁਣ ਆਹ ਚੀਜ਼ ਪੜ੍ਹੀ ਹੈ ਨਾ, ਐਸ ਪੀ ਡੀ ਤੇ ਐਫ, ਸਭ ਤੋਂ ਛੋਟਾ ਐਸ ਹੁੰਦਾ, ਸਭ ਤੋਂ ਫਿਰ ਉਸ ਤੋਂ ਬਾਅਦ ਪੀ ਆਉਂਦਾ, ਫਿਰ ਉਸ ਤੋਂ ਬਾਅਦ ਡੀ ਆਉਂਦਾ, ਉਸ ਤੋਂ ਬਾਅਦ ਐਫ ਸ਼ੈਲ ਆਉਂਦਾ ਨਾ। ਐਸ ਦੀ ਜਿਹੜੀ ਪੈਨੀਟ੍ਰੇਸ਼ਨ ਪਾਵਰ ਮਤਲਬ ਧੱਸਣ ਦੀ ਪਾਵਰ ਉਹ ਕਿੰਨੀ ਜ਼ਿਆਦਾ ਹੁੰਦੀ ਹੈ, ਠੀਕ ਹੈ। ਤੁਸੀਂ ਇਹਨੂੰ ਪੜ੍ਹਿਓ, ਸਾਰੀ ਲਾਈਨਾਂ ਨੂੰ ਪੜ੍ਹ ਕੇ ਦੇਖਿਓ। ਕਹਿੰਦੇ ਇਨ ਅਦਰ ਵਰਡ ਦ ਪੈਨ ਆਫ ਇਲੈਕਟ੍ਰੋਨ, ਜਿਹੜੀ ਪੈਨੀਟ੍ਰੇਸ਼ਨ ਆਫ ਇਲੈਕਟ੍ਰੋਨ ਹੈ ਉਹ ਕਿਹਦੇ ਵਿੱਚ ਜ਼ਿਆਦਾ ਹੈ, ਐਸ ਦੇ ਵਿੱਚ ਜ਼ਿਆਦਾ ਹੈ। ਫਿਰ ਪੈਨੀਟ੍ਰੇਸ਼ਨ ਆਫ ਇਲੈਕਟ੍ਰੋਨ ਪੀ ਚਾਹੂਗੀ, ਫਿਰ ਪੈਨੀਟ੍ਰੇਸ਼ਨ ਆਫ ਇਲੈਕਟ੍ਰੋਨ ਡੀ ਚਾਹੂ, ਫਿਰ ਪੈਨੀਟ੍ਰੇਸ਼ਨ ਆਫ ਇਲੈਕਟ੍ਰੋਨ ਐਫ ਚਾਹੂ। ਪੈਨੀਟ੍ਰੇਸ਼ਨ ਦਾ ਮਤਲਬ ਧੱਸਣਾ, ਕੋਈ ਚੀਜ਼ ਪੈਨੀਟ੍ਰੇਟ ਕਰਨਾ। ਮੰਨ ਲਓ ਪਾਣੀ ਹੈ, ਪਾਣੀ ਦੇ ਵਿੱਚ ਕੋਈ ਚੀਜ਼ ਗਿੱਤੇ ਤਾਂ ਚੀਜ਼ ਡੁੱਬ ਗਈ, ਇਹਨੂੰ ਆਪਾਂ ਬੋਲਦੇ ਮੰਨ ਲਓ ਚੀਜ਼ ਪੈਨੀਟ੍ਰੇਟ ਹੋ ਗਈ। ਸਿਮਿਲਰਲੀ ਇਹਦੇ ਵਿੱਚ ਗੱਲ ਹੈ ਕਿ ਜਿਹੜੀ ਇਲੈਕਟ੍ਰੋਨ ਆ ਉਹ ਐਟਮ ਦੇ ਅੰਦਰ ਪੈਨੀਟ੍ਰੇਟ ਹੋਇਆ, ਠੀਕ ਹੈ। ਤਾਂ ਜਿਹੜੀ ਪੈਨੀਟ੍ਰੇਸ਼ਨ ਪਾਵਰ ਹੈ ਉਹ ਐਸ ਦੇ ਵਿੱਚ ਜ਼ਿਆਦਾ, ਪੀ ਦੇ ਨਾਲੋਂ ਘੱਟ ਹੈ, ਫਿਰ ਡੀ ਦੇ ਨਾਲੋਂ ਹੈ, ਫਿਰ ਉਹਦੇ ਨਾਲ। ਕਲੀਅਰ ਹੈ। ਹੁਣ ਐਸ ਦੇ ਵਿੱਚੋਂ ਇਲੈਕਟ੍ਰੋਨ ਕੱਢਣਾ ਔਖਾ ਨਾ, ਔਖਾ ਕਿਉਂਕਿ ਐਸ ਛੋਟਾ ਗਾ ਅਤੇ ਉਹਦੇ ਵਿੱਚ ਅੰਦਰ ਬਹੁਤ ਅੰਦਰੀ ਬਾਰੀਕੀ ਦੇ ਨਾਲ ਅੰਦਰ ਇਲੈਕਟ੍ਰੋਨ ਗਿਆ ਹੋਇਆ, ਤਾਂ ਇਸ ਦੇ ਲਈ ਆਇਨਾਈਜੇਸ਼ਨ ਐਂਥੈਲਪੀ ਆਪਾਂ ਨੂੰ ਜ਼ਿਆਦਾ ਦੇਣੀ ਪਊਗੀ। ਹੁਣ ਇਹਦੀ ਆਇਨਾਈਜੇਸ਼ਨ ਐਂਥੈਲਪੀ ਇਹਦੇ ਨਾਲੋਂ ਥੋੜ੍ਹੀ ਜਿਹੀ ਘੱਟ ਦੇਣੀ ਪਏਗੀ, ਫਿਰ ਇਹਦੇ ਨਾਲੋਂ ਥੋੜ੍ਹੀ ਜਿਹੀ ਘੱਟ, ਇਹਦੇ ਵਿੱਚ ਥੋੜ੍ਹੀ ਜਿਹੀ ਬਿਲਕੁਲ ਹੀ ਘੱਟ ਦੇਣੀ ਪਊ। ਸੋ ਦ ਅਮਾਊਂਟ ਆਫ ਐਂਥੈਲਪੀ ਇਜ਼ ਡਿਕਰੀਜ਼ਿਜ਼ ਐਜ਼ ਦ ਪੈਨੀਟ੍ਰੇਸ਼ਨ ਪਾਵਰ ਇਨਕਰੀਜ਼ਿਜ਼। ਜਿਵੇਂ ਕਹਿੰਦੇ ਕਿ ਜਿਵੇਂ ਹੁਣ ਐਸ ਦੇ ਵਿੱਚ ਪੈਨੀਟ੍ਰੇਸ਼ਨ ਪਾਵਰ ਜ਼ਿਆਦਾ ਹੈ ਤਾਂ ਉਦੋਂ ਐਂਥੈਲਪੀ ਕੀ ਹੋ ਜਾਊਗੀ, ਜ਼ਿਆਦਾ ਹੋ ਜਾਏਗੀ। ਹੁਣ ਜਿਉਂ ਪੈਨੀਟ੍ਰੇਸ਼ਨ ਪਾਵਰ ਡਿਕਰੀਜ਼ ਹੋਈ ਜਾਊਗੀ, ਸੋ ਐਜ਼ ਦ ਪੈਨੀਟ੍ਰੇਸ਼ਨ ਪਾਵਰ ਡਿਕਰੀਜ਼ਿਜ਼, हाँ सॉरी मैं लास्ट टाइम थोड़ा वर्ड हो करके, एज द पेनिट्रेशन पावर डिक्रीजेज द अमाउंट ऑफ जी आयनाइजेशन एंथैल्पी है इज ऑल्सो डिक्रीज। क्लीयर है। सो ये कंसैप्ट है। इलैक्ट्रॉनिक अरेंजमेंट ਦੇ ਵਿੱਚ ਕੀ ਹੈਗਾ, ਸਿੱਧੀ ਜਿਹੀ ਗੱਲ ਹੈ। ਤੁਹਾਨੂੰ ਮੈਂ ਇੱਕ ਗੱਲ ਦੱਸੀ ਸੀ ਲਾਸਟ ਟਾਈਮ, ਇਲੈਕਟ੍ਰੋਨਿਕ ਕਨਫਿਗਰੇਸ਼ਨ ਇੱਕ ਹੁੰਦਾ ਬੱਚੇ ਔਕਟੇਟ ਰੂਲ ਹੁੰਦਾ, ਇਹ ਤਾਂ ਪਤਾ ਹੀ ਹੈ ਕਿ ਔਕਟੇਟ ਰੂਲ ਇਹ ਕਹਿੰਦਾ ਹੈ ਕਿ ਅਗਰ, ठीक है, अगर अपने जिहड़ा आउटर मोस्ट इलैक्ट्रॉन है, अगर कहते कोई भी एटम, ठीक है, ਉਹਦੇ आउटर मोस्ट इलैक्ट्रॉन ਦੇ ਵਿੱਚ 8 इलैक्ट्रॉन प्रेजेंट हो जान तो वो स्टेबल हो जाऊगा, ਉਹਨੂੰ बोलते हैं ऑक्टेट रूल। क्लीयर है। वो कदे किसी नाल रिएक्ट नहीं करूगा, हमेशा ਲਈ स्टेबल है। सिमिलरली कहते जिवें नोबल गैसिज है, नोबल गैसिज ਦੇ ਵਿੱਚ मान लो ਤੁਹਾਡੇ पास एक नोबल गैसिज आ जाती है, कोई भी ले लो, नियोन ले लो चाहे, ठीक है, 10 ਹੁੰਦਾ है, 1s2 ਆ ਹੈ ਨਾ ਨਿਓਨ। ਹੁਣ ਇਹਦੇ ਵਿੱਚ 8 ਇਲੈਕਟ੍ਰੋਨ ਪੂਰੇ ਹੋਏਗੇ ਇੱਕ ਤਰ੍ਹਾਂ ਦਾ, ਇਹਦੀ ਸਾਰੀ ਕੌਨਫੀਗਰੇਸ਼ਨ ਪੂਰੀ ਹੈ, ਠੀਕ ਹੈ। ਇਹਨੇ ਨਾ ਤਾਂ ਇਲੈਕਟ੍ਰੋਨ ਲੈਣਾ, ਇਹਨੇ ਨਾ ਇਲੈਕਟ੍ਰੋਨ ਦੇਣਾ, ਤਾਂ ਇਹ ਸਟੇਬਲ ਹੈ। ਤਾਂ ਇਸ ਵਕਤ ਜਿਹੜੀ ਆਇਨਾਈਜੇਸ਼ਨ, ਹੁਣ ਇਹਦਾ ਆਪਣਾ ਕੋਈ ਮਤਲਬ ਨਹੀਂ, ਤਾਂ ਇਹਦੀ ਆਇਨਾਈਜੇਸ਼ਨ એનર્ਜੀ ਕਿਉਂਕਿ ਜ਼ਿਆਦਾ ਹੋਊਗੀ, ਕਿਉਂ, ਇਹਦੇ ਵਿੱਚੋਂ ਇਲੈਕਟ੍ਰੋਨ ਕੱਢਣਾ ਬਹੁਤ ਮੁਸ਼ਕਿਲ ਹੋਏਗਾ। ਬੱਚੇ ਇਹ ਤੁਸੀਂ ਹੀ ਕਰਨਾ ਹੈ, ਤੁਸੀਂ ਹੀ ਆਪਣੇ ਮਾਈਂਡ ਦੇ ਵਿੱਚ ਗੱਲਾਂ ਨੂੰ ਬਿਠਾਉਣਾ ਹੈ, ਫਿਰ ਮੈਂ ਤੁਹਾਨੂੰ ਜਸਟ ਦੱਸ ਸਕਦੀ ਹਾਂ, ਠੀਕ ਹੈ। ਇਸੇ ਤਰ੍ਹਾਂ ਅਗਲਾ ਆ ਜਾਂਦਾ ਜਿਵੇਂ ਬਰੀਲੀਅਮ ਹੈ, ਠੀਕ ਹੈ। ਬਰੀਲੀਅਮ ਦੇ ਵਿੱਚ 1s2 2s2 ਹੈ, ਬਰੀਲੀਅਮ ਨੂੰ ਲੋੜ ਹੀ ਨਹੀਂ ਹੈ, ਨਾ ਇਸ ਨੂੰ ਇਲੈਕਟ੍ਰੋਨ ਲੈਣ ਦੀ ਲੋੜ ਹੈ, ਨਾ ਇਲੈਕਟ੍ਰੋਨ ਦੇਣ ਦੀ ਲੋੜ ਹੈ, ਇਹ ਸਟੇਬਲ ਹੈ। ਤਾਂ ਆਪਾਂ ਨੂੰ ਇਹਦੀ ਆਇਨਾਈਜੇਸ਼ਨ ਐਂਥੈਲਪੀ ਵੀ ਕੀ ਹੋਣੀ ਹੈ, सेम आयनाइजेशन एंथैल्पी ज़्यादा देनी पऊगी। इसी तरह हाफ फील्ड एंड फुली फील्ड, हाफ फील्ड एक होंदे ने बच्चे हाफ फील्ड ते फुली फील्ड एंड फुली फील्ड। जे तुसी चैप्टर नंबर 2 चंगी तरह पढ़िया होगा तो तुहानूं ये भी पता चल जू। जिहड़े हाफ फील्ड ते फुली फील्ड होंदे ने वो तां जिहड़े पिछे गल कीती है वो फुली फील्ड की गल कीती है। हाफ फील्ड दे विच की हैगा, जिहड़े हाफ फील्ड होंदे ने जिवें आह इहनूं बोलदे आ हाफ फील्ड,
ਤਾਂ ਇਸ ਵਕਤ ਕੀ ਹੈ, ਇਹ ਵੀ ਸਟੇਬਲ ਹੁੰਦਾ, ਬਟ ਇਹਨੂੰ એનર્ਜੀ ਦੇਣੀ ਪਊਗੀ। ਆਪਾਂ ਇਹਨੂੰ એનર્ਜੀ ਦੇਵਾਂਗੇ ਮਤਲਬ ਇਲੈਕਟ੍ਰੋਨ ਨੂੰ ਬਾਹਰ ਕੱਢਣ ਦੇ ਲਈ ਆਪਾਂ ਨੂੰ ਜ਼ਿਆਦਾ એનર્ਜੀ ਦੀ ਜ਼ਰੂਰਤ ਹੋਏਗੀ। ਤਾਂ ਅੱਜ ਦੇ ਲਈ ਇੰਨਾ ਕੁ ਕੰਮ, ਦੈਟਸ ਇਨਫ, ਬਿਕੋਜ਼ ਕਿਉਂਕਿ ਨੈਕਸਟ ਟੋਪਿਕ ਅਗਲਾ ਸ਼ੁਰੂ ਕਰਾਂਗੇ ਆਪਾਂ। ਤੁਸੀਂ ਇਹਦੇ ਵਿੱਚ ਕੀ ਪੜ੍ਹ ਲਿਆ, ਆਇਨਾਈਜੇਸ਼ਨ ਇੰਥੈਲਪੀ ਵੀ ਪੜ੍ਹ ਲਈ, ਟ੍ਰੈਂਡ ਵੀ ਪੜ੍ਹ ਲਈ ਕਿ ਜੇ ਲੈਫਟ ਟੂ ਰਾਈਟ ਜਾਂਦੇ ਤਾਂ ਕੀ ਹੋਊਗਾ, ਟੌਪ ਟੂ ਬੋਟਮ ਆਉਂਦੇ ਤਾਂ ਕੀ ਹੋਏਗਾ, ਅਤੇ ਇਫੈਕਟਿੰਗ ਦਾ ਆਇਨਾਈਜੇਸ਼ਨ ਇੰਥੈਲਪੀ, ਇਹ ਵੀ ਤੁਸੀਂ ਸਟੱਡੀ ਕਰ ਲਿਆ, ਠੀਕ ਹੈ, ਅੱਜ ਦੇ ਟੋਪਿਕ ਦੇ ਅੰਦਰ। ਕਲੀਅਰ ਹੈ? ਸੋ ਔਨ ਨੈਕਸਟ ਡੇ ਵੀ ਵਿਲ ਸਟੱਡੀ ਮਤਲਬ we will study next. Okay, good morning students. So last time अपने बच्चे आयनाइजेशन इंथैल्पी पढ़ लिया, फैक्टर इफेक्टिंग द आयनाइजेशन इंथैल्पी पढ़ लिया। बच्चे आ वाला जो पेज है, ठीक है, 297 वाला पेज है ना, ये की है जिमें सक्सैसिव आयनाइजेशन इंथैल्पी क्या है इन्होंने बच्चे ये कुछ नहीं करना, बिल्कुल सेम है। ये की कह गया, कहते कि मान लो कि कोई एटम है, जिमें इन्होंने रिएक्शन लाई है, कोई मैटल है, मैटल के एक इलैक्ट्रॉन तुम निकाल दो तो वह की हो चुकी आयनाइजेशन एनर्जी 1। आयनाइजेशन एनर्जी की होंगी, द अमाउंट ऑफ एनर्जी इज़ रिक्वायर्ड टू रिमूव द आउटर मोस्ट इलैक्ट्रॉन, कि बाहरले इलैक्ट्रॉन के कोई बाहरले शैल के कोई इलैक्ट्रॉन निकालना है तो वो कितनी एनर्जी जरूरत होगी, उन्होंने की बोलते हैं आप आयनाइजेशन एनर्जी। तो बच्चे वो की हो जाएगा एम पॉजिटिव प्लस एक इलैक्ट्रॉन नेगेटिव, ठीक है। इसी तरह एक ये जो एम पॉजिटिव है, ये एक इलैक्ट्रॉन होर निकालता, वो की हो चुकी आयनाइजेशन एनर्जी 2, ठीक है। ये की हो जाएगा M2 पॉजिटिव, ठीक है। आज देखो जिमें ये आली की भी ये हो जाएगी आयनाइजेशन एनर्जी 1, इतने हो जाएगी आयनाइजेशन एनर्जी 2, इन्होंने आयनाइजेशन एनर्जी 3, इन्होंने बोलते सक्सैसिव आयनाइजेशन एनर्जी। समझ के जो एक इलैक्ट्रॉन निकालते हैं तो उदो एक आयनाइजेशन एनर्जी देंगे, जो दूसरा निकालते हैं दूसरा आयनाइजेशन एनर्जी देंगे, तीसरा निकालते तीसरा। ਜਿਹੜਾ ਕਹਿੰਦੇ ਪਹਿਲਾ ਹੁੰਦਾ, ਪਹਿਲਾ हमेशा घट ਹੁੰਦਾ, बाकी हमेशा आयनाइजेशन एनर्जी ਵੱਧਦੀ ਜਾਂਦੀ है, ਇਹਦਾ मतलब ये है, ठीक है। उसी तरह आ सारी कहानी दे विच तुहानूं आही गल दसी भी है एग्जाम्पल दे नाल, ठीक है। एक बार जस्ट गो थ्रू करो इसनूं पढ़ने की कोशिश करो तो पता चल जाएगा, ठीक है। बाला नहीं है पिछे मत्था मारना। तो अज अपना एक नवा टॉपिक शुरू होने जा रहा है जिसका नाम है अपने पास इलैक्ट्रॉन गेन इंथैल्पी। हुण बच्चे ਇਹਦਾ नाम देखो की लिखा, इलैक्ट्रॉन गेन इंथैल्पी। की कहता है, कहते जो कोई एटम इलैक्ट्रॉन नूं ले लैंदा तो उदों कितनी एनर्जी रिलीज़ होंदी आ, तो उन्होंने बोलते इलैक्ट्रॉन गेन इंथैल्पी। समझे? जो कोई एटम इलैक्ट्रॉन नूं ले लैंदा तो उन्होंने इलैक्ट्रॉन गेन, द एनर्जी रिलीज्ड व्हेन द इलैक्ट्रॉन इज़ एडेड टू एन आइसोलेटेड गैसियस एटम। ਇਹਦਾ ਕੀ मतलब है आइसोलेटेड गैसियस एटम मतलब नॉर्मल एटम, ਉਹਨੂੰ ਆਪਾਂ बोल ਦਿੰਦੇ ਹਾਂ आइसोलेटेड गैसियस एटम। कि जो कोई एटम नॉर्मल है ਉਹਦੇ ਵਿੱਚ ਜਦੋਂ ਆਪਾਂ ਕੋਈ ਇਲੈਕਟ੍ਰੋਨ ਨੂੰ ਐਡ ਕਰ ਲੈਂਦਾ ਜਾਂ ਕੋਈ ਐਟਮ ਹੈ ਇਲੈਕਟ੍ਰੋਨ ਲੈ ਲੈਂਦਾ ਤਾਂ ਉਦੋਂ એનર્ਜੀ ਜਿਹੜੀ ਰਿਲੀਜ਼ ਹੁੰਦੀ ਉਹਨੂੰ ਆਪਾਂ ਇਲੈਕਟ੍ਰੋਨ ਗੇਨ ਇੰਥੈਲਪੀ ਬੋਲਦੇ ਹਾਂ। ਸੋ ਇਹਨੂੰ ਆਪਾਂ ਬੋਲਦੇ ਹਾਂ, ਕਹਿੰਦੇ ਇਹਦੇ ਵਿੱਚ ਕੀ ਹੈਗਾ, ਸਿੰਪਲ ਜੀ ਗੱਲ ਹੈ, ਦੋ ਗੱਲਾਂ ਹੁੰਦੀਆਂ ਬੱਚੇ, ਇੱਕ ਹੁੰਦੀ ਹੈ ਐਗਜ਼ੋਥਰਮਿਕ, ਇੱਕ ਹੁੰਦੀ ਹੈ ਐਂਡੋਥਰਮਿਕ। ਐਗਜ਼ੋਥਰਮਿਕ ਕੀ ਹੁੰਦੀ ਹੈ ਕਿ ਜਦੋਂ ਅਮਾਊਂਟ ਆਫ એનર્ਜੀ ਰਿਲੀਜ਼ ਹੁੰਦੀ ਹੈ, ਇਹਦੇ ਵਿੱਚ ਜਿਹੜੀ ਐਗਜ਼ੋ ਕੀ ਹੁੰਦੀ ਹੈ ਕਿ ਅਮਾਊਂਟ ਆਫ એનર્ਜੀ ਰਿਲੀਜ਼, ਅਮਾਊਂਟ ਆਫ एनर्जी रिलीज मतलब निकलना ड्यूरिंग रिएक्शन। ये बच्चे शॉर्ट फॉर्म है रिएक्शन की, ना तुम कुछ गलत समझ लियो। मतलब रिएक्शन ऐ होंगी है तो आप रिएक्शन ऐ लिख सकते हैं, ठीक है। तो कहते कि इट इज़ द अमाउंट ऑफ एनर्जी इज़ नीडिड टू रिलीज ड्यूरिंग द रिएक्शन, ठीक है। तो जी एग्जो होंगी है वो हमेशा नेगेटिव साइन देना आप लिखते हैं एग्जोथर्मिक, द अमाउंट ऑफ एनर्जी इज़ रिलीज ड्यूरिंग द रिएक्शन, उन्हें आप कितना लिखते हैं नेगेटिव देना। तो जो आप किसी इनू एनर्जी देने, कोई भी रिएक्शन हो रही है, मान लो A प्लस B गोज़ टू AB, आ कोई रिएक्शन हो रही है, ये आप एनर्जी दे रहे हैं तो उदों की होंगी है एंडोथर्मिक रिएक्शन। समझ गए? एग्जोथर्मिक तो जो आप कोई एनर्जी दिने तो उदों कि साइन आता है पॉजिटिव, जो कोई एनर्जी लेने हैं तो उदों कि साइन आता है नेगेटिव। उन्हें पढ़ के देखियो, ये गल लिखी है, ठीक है बच्चे।
अगला आ गया कहते कि द फैक्टर विच अफैक्टिंग द इलैक्ट्रॉन गेन इंथैल्पी। इलैक्ट्रॉन गेन इंथैल्पी नूं किहड़े फैक्टर इफैक्ट करते हैं, इत्थों देखो सीधी जी गल है। हुण ये सारी चीज़ जेकर हुण तुसीं पिछे पढ़ी गए तो इनू भी करना बहुत ईजी है। जस्ट इनू टेंशन नहीं लैनी, इहदा रट्टा नहीं मारना, कुछ नहीं करना, सीधी जी गल है। द इलैक्ट्रॉन गेन इंथैल्पी बिकम मोर नेगेटिव एज द न्यूक्लियर चार्ज इनक्रीजेस, ठीक है। एंड द इलैक्ट्रॉन मतलब जो इलैक्ट्रॉन इंक्रीज दिस रिजल्ट द लेजर एक मिनट सॉरी द इलैक्ट्रॉन गेन इंथैल्पी बिकम मोर नेगेटिव एज द न्यूक्लियर चार्ज इंक्रीज दिस इज ड्यू टू द ग्रेटर अट्रैक्शन ऑफ इनकमिंग। हाँ सीधी जी कहानी है, ठीक है। इलैक्ट्रॉन गेन इंथैल्पी मैंने तो की समझाया कि जो कोई इलैक्ट्रॉन ऐड हो जाए तो एनर्जी का रिलीज़ हो जाना, समझ गए। तो हुण सिंपल जी गल है कि अपने पास कोई एटम है उहदे विच न्यूक्लियर चार्ज की हुंदा गा नंबर ऑफ प्रोटोन ते नंबर ऑफ इलैक्ट्रॉन का वध हो जाना। एग्जाम्पल दसदी हां, जिवें एक एटम है लीथियम का हुंदा 3, एक एटम है सोडियम, तो हुण सोडियम का हुंदा 11, न्यूक्लियर चार्ज किहदा ज़्यादा होगा, सोडियम का ही होगा ना, लीथियम का घट होगा। चलो ये गल हो रही। उस तो बाद कहते जिहड़ा कोई एटम है जिहदा न्यूक्लियर चार्ज बहुत ज़्यादा, ठीक है, तो ओबवियसली सुनो न्यूक्लियर चार्ज ज़्यादा है मतलब ਉਹਦੀ ਜਿਹੜੀ खिंचण की समर्थ है वो बहुत ज़्यादा होगी, तो मिनट च इलैक्ट्रॉन को खिंच लो अपने को, ठीक है। जे इलैक्ट्रॉन को जल्दी खिंच लो इसका मतलब जल्दी ही एनर्जी रिलीज़ हो जूगी, समझ गए। सो की है एज द इलैक्ट्रॉन गेन इंथैल्पी मोर नेगेटिव, इसका मतलब जेकर कोई एनर्जी रिलीज़ होंदी है, एनर्जी बाहर निकले, रिलीज़ मतलब बाहर निकलना, तो एनर्जी नूं आपां की बोलांगे नेगेटिव एक्सोथर्मिक प्रोसैस बोलांगे ना। तो हुण जिहड़ा इलैक्ट्रॉन गेन इंथैल्पी है अपनी वो की हो जूगी मोर नेगेटिव, ज़्यादा नेगेटिव हो जूगी, समझ गए। इत्थों तक क्या गलबात है। द इलैक्ट्रॉन गेन इंथैल्पी बिकम अ मोर नेगेटिव, डोंट बी कन्फ्यूज्ड, तो ज़्यादा नेगेटिव हो जाओगी, समझ गए। अगे चलो देखो साइज ऑफ एटम। With the increase in the size of atom, the distance between the nucleus and incoming electron increases. So this result in the laser attraction. Consequently ਦਾ मतलब ਇਹਦਾ consequently ਦਾ मतलब ਕੀ ਹੁੰਦਾ, consequences ਦਾ मतलब ਕੀ ਹੁੰਦਾ, ਨਤੀਜੇ ਵਜੋਂ। Consequently the electron gain enthalpy become less negative with increase in the size। ਹੁਣ सिंपल जी कहानी है। एक तो चलो न्यूक्लियर चार्ज हो गया, फाइन, ठीक है। हुण देखो एक एटम ही एडा वड्डा जिहदा साइज ही एडा वड्डा है, ठीक है, तो इत्थे बेचारा न्यूक्लियस है। हुण न्यूक्लियस किन्ना क ज़्यादा खिंचो, किन्ने क दूर बंदे नूं खिंचे जाऊगा, किन्नी क दूर खिंचे जाऊगा न्यूक्लियस दी जिन्नी जिदे दूर जावांगे न्यूक्लियस की पावर तो घटी जानी, शक्ति घटी जानी है। जे न्यूक्लियस की शक्ति घटी गई तो इलैक्ट्रॉन इनू ऐड करन दे विच उन्ना ही टाइम लगेगा, समझ गए। कि जे एटम का साइज ज़्यादा होगा, जे एटम का साइज ज़्यादा होगा, जिन्ना ज़्यादा एटम का साइज है, ठीक है, उन्ना ही इलैक्ट्रॉन नूं इहदे अंदर जान विच टाइम लगूगा। क्यों? क्योंकि जिहड़ी उस तो बाद जिहड़ा न्यूक्लियर चार्ज है उसकी शक्ति घट जाती है, ठीक है। तो एटम के साइज होने करके न्यूक्लियर चार्ज की जी शक्ति है वो घट जाती है, तो जिदे करके इलैक्ट्रॉन को अट्रैक्ट करने की शक्ति भी घट जाती है, तो इलैक्ट्रॉन ऐड होने के टाइम लगाता है। तो इस करके जी इलैक्ट्रॉन गेन इंथैल्पी है वो घट लैस नेगेटिव हो जाती है, समझ गए। ਉਹਦੇ ਵਿੱਚ ਪਿੱਛੇ ਆਪਾਂ ਨੇ ਮੋਰ ਨੈਗੇਟਿਵ ਕਿਹਾ ਸੀ ਕਿਉਂਕਿ ਇਲੈਕਟ੍ਰੋਨ ਜਲਦੀ ਐਡ ਹੋ ਗਿਆ ਸੀ। ਹੁਣ ਇਹਦੇ ਵਿੱਚ ਆਪਾਂ ਲੈਸ ਨੈਗੇਟਿਵ ਕਹਾਂਗੇ ਕਿਉਂਕਿ ਇਲੈਕਟ੍ਰੋਨ ਲੇਟ ਐਡ ਹੋ ਰਿਹਾ। ਬੱਚੇ ਦੇਖੋ ਦ ਐਲੀਮੈਂਟ ਵਿਦ ਸਟੇਬਲ ਇਲੈਕਟ੍ਰੋਨਿਕ ਕੰਫਿਗ। ਹੁਣ ਦੇਖੋ ਮੈਂ ਤੁਹਾਨੂੰ +2 ਦੇ ਵਿੱਚ ਸੌਰੀ ਚੈਪਟਰ ਨੰਬਰ 2 ਦੇ ਵਿੱਚ ਤੁਹਾਨੂੰ ਮੈਂ ਲੈਸਨ ਪੜ੍ਹਾਇਆ ਨਾ, ਇਲੈਕਟ੍ਰੋਨਿਕ ਕਨਫਿਗਰੇਸ਼ਨ ਪੜ੍ਹਾਈ ਹੈ ਨਾ, ਉਹਦੇ ਵਿੱਚ ਸਭ ਤੋਂ ਲਾਸਟ ਵਾਲੇ ਚੈਪਟਰ ਦੇ ਵਿੱਚ ਸਭ ਤੋਂ ਲਾਸਟ ਵਾਲੇ ਪੇਜ ਦੇ ਵਿੱਚ ਵੀ ਇੱਕ ਗੱਲ ਦੱਸੀ ਸੀ कि एक मतलब कोई भी एटम है, ठीक है, कोई एटम है वो अपने आप को स्टेबल करना चाहता है, ठीक है, कोई एटम है अपने आप को स्टेबल करना चाहूगा, वो कॉन्फिगरेशन होंगी है बच्चे। एक होंगी है आउटर मतलब फुल इलैक्ट्रॉनिक कॉन्फिगरेशन, एक होंगी है हाफ इलैक्ट्रॉनिक कॉन्फिगरेशन।
ਹੁਣ ਐਟਮ ਜਾਂ ਤਾਂ ਫੁੱਲ ਇਲੈਕਟ੍ਰੋਨਿਕ ਕਨਫੀਗਰੇਸ਼ਨ ਲਊਗਾ ਜਾਂ ਹਾਫ ਇਲੈਕਟ੍ਰੋਨਿਕ ਕਨਫੀਗਰੇਸ਼ਨ ਅਟੇਨ ਕਰਨ ਦੀ ਕੋਸ਼ਿਸ਼ ਕਰੂਗਾ। ਜੇ ਦੋਨੋਂ ਕਨਫੀਗਰੇਸ਼ਨ ਅਟੇਨ ਹੋ ਜਾਣਗੀਆਂ, ਮਤਲਬ ਇੱਕ ਜਾਂ ਇਹਦੇ ਵਿੱਚ ਜੇ ਫੁੱਲ ਅਟੇਨ ਹੋ ਗਈ ਇਹਦਾ ਮਤਲਬ ਇਲੈਕਟ੍ਰੋਨ ਸਟੇਬਲ ਹੈ, ਉਹਨੂੰ ਕੋਈ ਲੋੜ ਨਹੀਂ ਮੱਥਾ ਮੁੱਥਾ ਮਾਰਨ ਦੀ, ਕਿਸੇ ਨਾਲ ਨਹੀਂ ਰਿਐਕਟ ਕਰਦਾ। ਜੇ ਹਾਫ ਹੈ ਤਾਂ ਉਹਨੂੰ ਕੋਈ ਲੋੜ ਨਹੀਂ ਮੱਥਾ ਮਾਰਨ ਦੀ, ਕਿਸੇ ਨਾਲ ਰਿਐਕਟ ਨਹੀਂ। ਹਾਫ ਦਾ ਕੀ ਮਤਲਬ ਹੈ, ਮੰਨ ਲਓ ਐਗਜ਼ਾਮਪਲ ਜਿਵੇਂ ਪੀ ਹੈ, ਪੀ ਔਰਬਿਟਲ ਹੈ, ਇਹਦੇ ਵਿੱਚ 6 ਇਲੈਕਟ੍ਰੋਨ ਹੋਣੇ ਚਾਹੀਦੇ ਹੈ ਨਾ, ਬਟ ਮੰਨ ਲਓ ਜੇ 3 ਇਲੈਕਟ੍ਰੋਨ ਵੀ ਹੈ ਤਾਂ ਇਹਦਾ ਮਤਲਬ ਹਾਫ ਫੀਲਡ ਇਲੈਕਟ੍ਰੋਨਿਕ ਕਨਫੀਗਰੇਸ਼ਨ ਹੈ। ਜੇ ਇਹਦੇ ਵਿੱਚ 6 ਇਲੈਕਟ੍ਰੋਨ ਹੋ ਗਏ ਇਹਦਾ ਮਤਲਬ ਫੁੱਲੀ ਫੀਲਡ ਇਲੈਕਟ੍ਰੋਨਿਕ कन्फिग्रेशन है। समझ ਵਿੱਚ आई कि ऊपरों निकल गया। तो बेसिकली क्या है, चाहे हाफ फील्ड होवे चाहे फुली फील्ड होवे, इलैक्ट्रॉन ਨੂੰ ਵਿੱਚ ਐਂਟਰ ਮਾਰਨਾ। ਹੁਣ ਦੇਖੋ ਇਹ ਫੁਲੀ ਫੀਲਡ ਹੈ, ਹੁਣ ਇਲੈਕਟ੍ਰੋਨ ਇਹਦੇ ਵਿੱਚ ਆਊਗਾ, ਕਿੱਥੇ ਆਊਗਾ, ਕਿੱਥੇ ਰਹੂਗਾ, ਘਰ ਤੱਕ ਕੰਪਲੀਟ, ਠੀਕ ਹੈ। ਤਾਂ ਇਲੈਕਟ੍ਰੋਨ ਨੂੰ ਐਡ ਹੋਣ ਦੇ ਵਿੱਚ ਟਾਈਮ ਲੱਗੇਗਾ, ਇਹਦਾ ਮਤਲਬ ਇਲੈਕਟ੍ਰੋਨ ਗੇਨ ਇਨਥੈਲਪੀ ਕੀ ਹੋ ਜੂਗੀ, ਲੈਸ ਨੈਗੇਟਿਵ ਹੋ ਜੂਗੀ। अगला देखो, अगला की है बच्चे ट्रेंड्स, की है पीरियोडिक ट्रेंड्स। पीरियोडिक ट्रेंड्स दे विच की करना है, पीरियोडिक ट्रेंड्स की होंदे ने। सब तो पहला वेरिएशन डाउन द ग्रुप। वेरिएशन डाउन द ग्रुप की हुंदा है, की है वेरिएशन डाउन द ग्रुप, वेरिएशन अलोंग द पीरियड। क्लियर है। डाउन द ग्रुप दे विच की है, ਸਿੰਪਲ ਜੀ ਗੱਲ ਹੈ। ਇਹਦੇ ਵਿੱਚ ਕੀ ਹੈ, ਜਦੋਂ ਆਪਾਂ ਲੈਂਦੇ ਲੈਫਟ ਟੂ ਰਾਈਟ ਜਾਂਦੇ ਹਾਂ, ਲੈਫਟ ਟੂ ਰਾਈਟ ਜਾਂਦੇ ਹਾਂ, ਕੀ ਵੱਧਦਾ, ਨਿਊਕਲੀਅਰ ਚਾਰਜ ਵੱਧਦਾ ਨਾ, ਕਿਵੇਂ, ਮੰਨ ਲਓ ਲੀਥੀਅਮ ਹੈ, ਹਾਈਡਰੋਜਨ ਹੀਲੀਅਮ ਲੀਥੀਅਮ ਬਰੀਲੀਅਮ ਬੋਰੋਨ ਹੈ, ਠੀਕ ਹੈ, ਕਾਰਬਨ ਨਾਈਟ੍ਰੋਜਨ ਆਕਸੀਜਨ। ਜਿਉਂ ਜਿਉਂ ਇੱਧਰ ਜਾਂਦਾ ਤਾਂ 3 4 5 6 7 ਵੱਧਦਾ ਨਾ, ਜਿਹਦਾ ਮਤਲਬ ਕੀ ਵੱਧ ਰਿਹਾ, ਨਿਊਕਲੀਅਰ ਚਾਰਜ। ਜੇ ਨਿਊਕਲੀਅਰ ਚਾਰਜ ਵਧੂਗਾ ਤਾਂ ਨਿਊਕਲੀਅਰ ਦੀ ਸ਼ਕਤੀ ਵਧੂਗੀ, ਸ਼ਕਤੀ ਵਧੂਗੀ ਇਹਦਾ ਮਤਲਬ ਕਿ ਇਲੈਕਟ੍ਰੋਨ ਜਲਦੀ ਐਡ ਹੋ ਜਾਊਗਾ, ਇਹਦਾ ਮਤਲਬ ਇਲੈਕਟ੍ਰੋਨ ਗੇਨ ਇਨਥੈਲਪੀ ਮੋਰ ਨੈਗੇਟਿਵ, ਇਟ ਬਿਕਮ ਮੋਰ ਨੈਗੇਟਿਵ। ਥੋੜਾ ਜਿਹਾ ਕਨਸੈਪਟ ਨੂੰ ਚੰਗੀ ਤਰ੍ਹਾਂ ਸਮਝਣ ਦੀ ਕੋਸ਼ਿਸ਼ ਕਰਿਓ। ਇਟ ਬਿਕਮ ਮੋਰ ਨੈਗੇਟਿਵ ਮਤਲਬ ਉਨੀ ਜ਼ਿਆਦਾ એનર્ਜੀ ਰਿਲੀਜ਼ ਹੋਏਗੀ, ਜਿੰਨੀ ਜ਼ਿਆਦਾ એનર્ਜੀ ਰਿਲੀਜ਼ ਹੋਏਗੀ ਉਨੀ ਜ਼ਿਆਦਾ ਚੀਜ਼ ਨੈਗੇਟਿਵ ਹੋਏਗੀ, ਸਮਝ ਗਏ। ਉਸ ਤੋਂ ਬਾਅਦ ਨੈਕਸਟ ਆ ਜਾਂਦਾ, ਜਿਉਂ ਆਪਾਂ ਗਰੁੱਪ ਤੋਂ ਨੀਚੋਂ ਆਉਂਦੇ ਹਾਂ, ਮਤਲਬ ਐਜ਼ ਵੀ ਮੂਵ ਡਾਊਨ ਦਾ ਗਰੁੱਪ, ਮਤਲਬ ਅਲੋਂਗ ਦਾ ਪੀਰੀਅਡ, ਸੌਰੀ ਟੌਪ ਟੂ ਬੋਟਮ, ਹੈ ਨਾ। ਤਾਂ ਕੀ ਕਹਾਣੀ ਹੈ, ਕਹਾਣੀ ਸੇਮ ਹੈ। ਕੀ ਹੈ, ਮੰਨ ਲਓ ਜਿਵੇਂ ਤੁਸੀਂ ਪਹਿਲੀ ਸੀਰੀਜ਼ ਲੈ ਲਓ, ਹਾਈਡਰੋਜਨ ਹੀਲੀਅਮ ਲਿਥੀਅਮ ਬਰੀਲੀਅਮ ਲਿਥੀਅਮ, ਆ ਦੇਖੋ ਲਿਥੀਅਮ ਸੋਡੀਅਮ ਪੋਟਾਸ਼ੀਅਮ ਬੇਰੀਅਮ ਆ ਲਾ ਲਓ। ਇਹਦੇ ਵਿੱਚ ਜਿਉਂ ਆਪਾਂ ਨੀਚੇ ਜਾਂਦੇ ਹਾਂ अपना जो साइज़ है वो क्या होंदा एटम का बढ़ता जाता है, साइज़ ऑफ एटम इनक्रीज होंदा जाता है। हुण जो साइज़ ऑफ एटम इनक्रीज हो जाता है तो कहानी की है कि जेड़ा अपने पास न्यूक्लियस का चार्ज है उसकी शक्ति घट जाती है, क्योंकि हुण साइज़ बहुत बड़ा साइज़ है तो कित्थों तक खिंचूगा, किते तो जाके स्टॉप होगा ही ना। ਤਾਂ ਆਊਟਰਮੋਸਟ ਜਿਹੜੀ ਉਹਦੀ ਮਤਲਬ ਆਊਟਰਮੋਸਟ ਬਾਹਰਲੇ ਇਲੈਕਟ੍ਰੋਨ ਨੂੰ ਖਿੱਚਣ ਦੀ ਜਿਹੜੀ ਸ਼ਕਤੀ ਹੈ ਉਹ ਘੱਟ ਜਾਂਦੀ ਹੈ ਸਾਈਜ਼ ਦੇ ਵਧਣ ਦੇ ਕਰਕੇ। ਇਸ ਕਰਕੇ ਜਿਹੜਾ ਇਲੈਕਟ੍ਰੋਨ ਹੈ ਉਹ ਐਟਮ ਦੇ ਅੰਦਰ ਐਡ ਨਹੀਂ ਹੋ ਪਾਉਂਦਾ ਅਤੇ ਇਲੈਕਟ੍ਰੋਨ ਗੇਨ ਇਨਥੈਲਪੀ ਘੱਟ ਜਾਂਦੀ ਆ। ਤਾਂ ਬੇਸਿਕਲੀ ਇਲੈਕਟ੍ਰੋਨ ਗੇਨ ਇਨਥੈਲਪੀ ਬਿਕਮ ਲੈਸ ਨੈਗੇਟਿਵ। समझ गए। सो ये तुसीं अज की पढ़ लिया। सो आ सारी चीज़ सेम ही है। तो ये देखो आ इंपॉर्टेंट ट्रेंड्स ड्यूरिंग द इलैक्ट्रॉन गेन एंथैल्पी, ये तुसीं खुद पढ़ना है। क्यों हैलोजन्स दे विच की है, मतलब 17वें ग्रुप दे विच की होंदा है, ठीक है, 18वें च की होंदा है, सारा कुछ सेम है।